ਦਾ ਵਰਣਨ ਕਰਦੇ ਹਨ ਕਿ ਜਿਹਦਾ ਸਾਹਿਬ ਤੋਂ ਭਾਵ ਹੈ ਜਿਹਦਾ ਗੁਰੂ ਮੁਰਸ਼ਦ, ਜਿਹਦਾ ਪੀਰ, ਜਿਹਦਾ ਸਾਹਿਬ ਡਾਢਾ ਹੋਏ। ਡਾਢੇ ਤੋਂ ਭਾਵ ਹੈ ਕਿ ਜਿਹੜਾ ਸੂਰਮਾ ਹੋਵੇ, ਬਲੀ ਹੋਵੇ, ਕਿਸੇ ਤੋਂ ਵੀ ਨਾ ਡਰਨ ਵਾਲਾ ਹੋਵੇ। ਤੇ ਗਰੀਬ ਨਵਾਜ ਕਹਿੰਦੇ ਹਨ ਕਿ ਤਿਸ ਨੂੰ ਮਾਰ ਨਾ ਸਕੈ ਕੋਈ। ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਵਿੱਚ ਉਸ ਨਿਰੰਕਾਰ ਜੀ ਦੀ ਉਸਤਤ ਕਰਦਿਆਂ ਕਹਿੰਦੇ ਹਨ ਕਿ ਉਹ ਨਿਰੰਕਾਰ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਉਹ ਪੰਜ ਸੂਰਮੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਗੁਰੂ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਕਿ ਇਸ ਜੱਗ ਦੇ ਵਿੱਚ ਇਹੋ ਜਿਹਾ ਕਿਹੜਾ ਸੂਰਮਾ ਹੈ ਜਿਹਨੇ ਇਹਨਾਂ ਪੰਜਾਂ ਬਲੀਆਂ ਨੂੰ ਸਰ ਕੀਤਾ ਹੋਵੇ, ਹਰਾਇਆ ਹੋਵੇ, ਆਪਣੇ ਵਸ ਕਰ ਲਿਆ। ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹ ਨਿਰੰਕਾਰ ਦਾ ਸਰੂਪ ਹੀ ਹੋ ਸਕਦਾ ਹੈ, ਉਹ ਆਪ ਪਰਿਪੂਰਨ ਪਰਮਾਤਮਾ ਦਾ ਰੂਪ ਹੀ ਹੋ ਸਕਦਾ ਹੈ, ਤੇ ਉਹ ਆਪ ਹੀ ਇਤਨਾ ਡਾਢਾ ਮਹਾਬਲੀ ਸੂਰਮਾ ਹੈ ਜਿਹਨੇ ਇਹਨਾਂ ਪੰਜ ਮਹਾਬਲੀਆਂ ਨੂੰ ਵੀ ਵਸ ਕਰ ਲਿਆ। ਤੇ ਜਿਸ ਮਨੁੱਖ ਨੇ ਆਪਣਾ ਜੀਵਨ, ਆਪਣਾ ਮਨ, ਆਪਣੀ ਸੋਚ ਐਸੇ ਗੁਰੂ ਨੂੰ ਅਰਪਿਤ ਕੀਤੀ ਹੋਵੇ, ਫਿਰ ਉਹਨੂੰ ਤਿਸ ਨੂੰ ਮਾਰ ਨਾ ਸਕੈ ਕੋਈ। ਫਿਰ ਇਹ ਜਿਹੜੇ ਪੰਜੇ ਮਹਾਬਲੀ ਨੇ ਨਾ, ਜਿਨ੍ਹਾਂ ਨੇ ਵੱਡੇ ਵੱਡੇ ਮਹਾਂਪੁਰਖਾਂ, ਵੱਡੇ ਵੱਡੇ ਰਿਸ਼ੀਆਂ, ਤਪ ਕਰਨ ਵਾਲੇ ਤਪੀਸ਼ਰਾਂ ਦਾ ਵੀ ਤਪ ਭੰਗ ਕਰ ਦਿੱਤਾ, ਉਹ ਵੀ ਇਹਨਾਂ ਪੰਜਾਂ ਨੂੰ ਨਹੀਂ ਹਰਾ ਸਕੇ। ਗੁਰੂ ਸਾਹਿਬ ਜੀ ਕਹਿੰਦੇ ਉਸ ਗੁਰੂ ਦੇ ਸਿੱਖ ਨੂੰ ਇਹਨਾਂ ਵਿੱਚੋਂ ਕੋਈ ਪੋਹ ਵੀ ਨਹੀਂ ਸਕਦਾ, ਭਾਵ ਲਾਗੇ ਵੀ ਨਹੀਂ ਜਾ ਸਕਦਾ, ਤਿਸ ਨੂੰ ਮਾਰ ਨਾ ਸਕੈ ਕੋਈ। ਵੈਸੇ ਤਾਂ ਸਰੀਰ ਕਰਕੇ ਤਾਂ ਜੋ ਜਨਮੈ ਸੋ ਜਾਨੋ ਹੁਆ। ਗੁਰੂ ਸਾਹਿਬ ਜੀ ਕਹਿੰਦੇ ਜਿਹਨੇ ਜਨਮ ਲਿਆ ਹੈ ਨਾ, ਚਾਹੇ ਮਨੁੱਖ ਹੈ, ਪਸ਼ੂ ਹੈ, ਪੰਛੀ ਹੈ, ਪਹਾੜ ਨੇ, ਦਰਖਤ ਨੇ, ਕੁਛ ਵੀ ਹੈ, ਜਿਹੜਾ ਜੰਮਿਆ ਉਹਨੇ ਮਰਨਾ ਹੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਗੋਬਿੰਦ ਭਗਤ ਅਸਥਿਰ ਹੈ ਥੀਆ। ਜਿਹਨੇ ਗੋਬਿੰਦ ਦੀ ਨਿਰੰਕਾਰ ਦੀ ਭਗਤੀ ਕੀਤੀ, ਸਿਮਰਨ ਕੀਤਾ, ਉਹ ਸਰੀਰ ਕਰਕੇ ਤੇ ਇਸ ਮਾਤ ਲੋਕ ਚਲਿਆ ਜਾਂਦਾ ਹੈ, ਪਰ ਆਤਮਾ ਕਰਕੇ, ਉਹਦੇ ਜਸ ਵਡਿਆਈ ਸੋਭਾ ਕਰਕੇ ਉਹ ਅਮਰ ਹੋ ਜਾਂਦਾ ਹੈ। ਤੇ ਗਰੀਬ ਨਵਾਜ ਅੱਗੇ ਕਿਰਪਾ ਕਰਦੇ ਨੇ ਕਿ ਸਾਹਿਬ ਕੀ ਸੇਵਕ ਰਹਿ ਸਰਨਾਈ। ਐਸੇ ਡਾਢੇ, ਐਸੇ ਮਹਾਬਲੀ ਸੂਰਮੇ ਯੋਧੇ ਗੁਰੂ ਦੀ ਸੇਵਕ ਫਿਰ ਸਦਾ ਸਰਨਾਈ ਰਹੇ। ਸਦਾ ਤੋਂ ਭਾਵ ਧੰਨ ਧੰਨ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ। ਬਾਬਾ ਜੀ ਨੇ ਕਿਹਾ ਕਰਨਾ, ਭਾਈ ਜਿਹੜੇ ਸਿੱਖ ਨੂੰ ਗੁਰੂ ਦੀ ਬਾਣੀ ਨਾਲ, ਗੁਰੂ ਦਿਆਂ ਬਚਨਾਂ ਨਾਲ ਪਿਆਰ ਪੈ ਜਾਵੇ ਨਾ, ਬੇਸ਼ੱਕ ਸਰੀਰ ਕਰਕੇ ਉਹ ਗੁਰੂ ਤੋਂ ਦੂਰ ਵੀ ਹੋਵੇ, ਦੁਨਿਆਵੀ ਨਜ਼ਰ ਵਿੱਚ ਗੁਰੂ ਕਿਤੇ ਬੈਠਾ ਹੈ, ਸਿੱਖ ਕਿਤੇ ਬੈਠਾ ਹੈ, ਪਰ ਜਿਹੜੇ ਸਿੱਖ ਦਾ ਗੁਰੂ ਨਾਲ ਅੰਦਰੋਂ ਪਿਆਰ ਪੈ ਗਿਆ, ਤੇ ਪਿਆਰ ਦੀ ਡੋਰ ਐਸੀ ਤੀਖਣ ਤੇ ਬਰੀਕ ਹੈ ਵੀ ਜੇ ਇੱਕ ਵਾਰ ਵੱਜ ਗਈ ਨਾ ਤੇ ਫਿਰ ਤੋੜਿਆ ਨਹੀਂ ਟੁੱਟਦੀ। ਪਾਵਨ ਗੁਰਬਾਣੀ ਦਾ ਬਚਨ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਇਹ ਉਹ ਸਿੱਖ ਕਹਿੰਦਾ ਹੈ ਜਿਹਨੇ ਗੁਰੂ ਨਾਲ ਸੱਚੀ ਪ੍ਰੀਤ ਪਾ ਲਈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਤੋਰੀ। ਗਰੀਬ ਨਵਾਜ ਮੈਂ ਤੇਰੇ ਨਾਲ, ਤੇਰੀ ਬਾਣੀ ਨਾਲ, ਤੇਰਿਆਂ ਬਚਨਾਂ ਨਾਲ ਮੈਂ ਸੱਚੀ ਪ੍ਰੀਤ ਪਾਈ ਹੈ, ਝੂਠੀ ਨਹੀਂ, ਦੁਨਿਆਵੀ ਦਿਖਾਵੇ ਮਾਤਰ ਵਾਲੀ ਪ੍ਰੀਤ ਨਹੀਂ ਹੈ। ਤੇ ਬਾਬਾ ਜੀ ਨੇ ਕਹਿਣਾ ਜਿਹਦੀ ਪ੍ਰੀਤ ਗੁਰੂ ਨਾਲ ਸੱਚੀ ਵੱਜ ਗਈ ਨਾ, ਤੇ ਬਾਬਾ ਜੀ ਦਾ ਬਚਨ ਹੈ ਕਿ ਸਰੀਰ ਕਰਕੇ ਬੇਸ਼ੱਕ ਗੁਰੂ ਤੋਂ ਦੂਰ ਬੈਠਾ ਹੈ, ਪਰ ਮਨ ਕਰਕੇ ਗੁਰੂ ਦਿਆਂ ਚਰਨਾਂ ਨਾਲ ਜੁੜਿਆ ਹੈ ਨਾ,
ਉਹਦੇ ਕਿਸੇ ਵੀ ਦੁੱਖ, ਕਿਸੇ ਵੀ ਔਕੜ ਵਿੱਚ ਉਹਦੇ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਗੁਰੂ ਹਾਜ਼ਰ ਹੁੰਦਾ ਹੈ। ਗੁਰੂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤੇ ਹਰ ਵਕਤ ਹਰ ਸਮੇਂ ਨਿਰੰਕਾਰ ਦਾ ਹੀ ਜਸ ਗਾਉਂਦਾ ਹੈ ਤੇ ਇਹਦਾ ਖਿਆਲ ਰੱਖਣਾ, ਇਹਦੀ ਰਕਸ਼ਾ ਕਰਨੀ, ਇਹਦੀ ਹਿਫਾਜ਼ਤ ਕਰਨੀ ਮੇਰਾ ਧਰਮ ਹੈ। ਇਹ ਗੁਰੂ ਦੀ ਡਿਊਟੀ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਨ ਕਿ ਸਾਹਿਬ ਕੀ ਸੇਵਕ ਰਹਿ ਸਰਨਾਈ। ਜਿਹੜਾ ਸਾਹਿਬ ਏਡਾ ਡਾਢਾ ਹੈ, ਇਹੋ ਜਿਹੇ ਸਾਹਿਬ ਦੀ ਫਿਰ ਸੇਵਕ ਸਦਾ ਸਰਨਾਈ ਰਹੇ, ਸਦਾ ਭਾਵ ਮਨ ਕਰਕੇ ਗੁਰੂ ਨਾਲ ਜੁੜਿਆ ਰਹੇ। ਬੇਸ਼ੱਕ ਸਰੀਰ ਕਰਕੇ ਸੰਸਾਰਕ ਧੰਦੇ ਵੀ ਕਰਦਾ ਹੈ, ਸਰੀਰ ਕਰਕੇ ਕਿਤੇ ਦੂਰ ਪ੍ਰਦੇਸ਼ ਵਿੱਚ ਵਿਚਰਨਾ ਵੀ ਪੈ ਜਾਂਦਾ ਹੈ, ਪਰ ਅੰਦਰੋਂ ਬਿਰਤੀ ਗੁਰੂ ਨਾਲ ਸਦਾ ਆਪਣੀ ਬਿਰਤੀ ਨੂੰ ਗੁਰੂ ਦਿਆਂ ਚਰਨਾਂ ਨਾਲ ਜੋੜ ਕੇ ਰੱਖੇ। ਤੇ ਗਰੀਬ ਨਵਾਜ ਕਹਿੰਦੇ ਸਾਹਿਬ ਕੀ ਸੇਵਕ ਰਹਿ ਸਰਨਾਈ, ਆਪੇ ਬਖਸ਼ੇ ਦੇ ਵਡਿਆਈ। ਫਿਰ ਗੁਰੂ ਆਪ ਹੀ ਬਖਸ਼ ਲੈਂਦਾ ਹੈ। ਜੇ ਕਿਤੇ ਅਣਜਾਣ ਪੁਣੇ ਵਿੱਚ ਕੋਈ ਗਲਤੀ ਵੀ ਹੋ ਜਾਂਦੀ ਹੈ ਨਾ, ਬੇਸ਼ੱਕ ਉਸ ਗਲਤੀ ਕਰਨ ਦਾ ਸਿੱਖ ਦਾ ਕੋਈ ਵਿਚਾਰ ਨਹੀਂ ਸੀ, ਕੋਈ ਮਨ ਵਿੱਚ ਭਾਵਨਾ ਨਹੀਂ ਸੀ, ਅਣਜਾਣ ਪੁਣੇ ਵਿੱਚ ਹੋ ਜਾਂਦੀ ਹੈ, ਗੁਰੂ ਬਖਸ਼ ਲੈਂਦਾ ਤੇ ਫਿਰ ਵਡਿਆਈ ਦਿੰਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰੂ ਘਰ ਦਾ ਇੱਕ ਅਨਨ ਪਿਆਰਾ ਸਿੱਖ ਭਾਈ ਭੀਵਾ, ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਭੌਰਾ ਹੈ। ਗੁਰੂ ਸਾਹਿਬ ਜੀ ਕੋਲੋਂ ਨਾਮਦਾਨ ਦੀ ਦਾਤ ਲੈ ਕੇ ਤੇ ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਆਗਿਆ ਲੈ ਕੇ ਵਾਪਸ ਪਰਤ ਗਿਆ ਰਹਿੰਦਾ ਹੈ ਸਰਹੰਦ। ਤੇ ਕੰਮ ਕਰਦਾ ਹੈ ਵਪਾਰ ਦਾ, ਲਾਹੌਰ ਤੋਂ ਵਸਤ ਖਰੀਦ ਕੇ ਲਿਆਉਂਦਾ ਹੈ ਤੇ ਸਰਹੰਦ ਲਿਆ ਕੇ ਵੇਚਦਾ। ਤੇ ਕਈ ਵਾਰ ਲਾਹੌਰੋਂ ਲਿਆਂਦਾ ਹੋਇਆ ਸਮਾਨ ਦਿੱਲੀ ਦਰਬਾਰ ਤੱਕ ਬਾਦਸ਼ਾਹ ਕੋਲ ਵੀ ਪਹੁੰਚਦਾ ਕਰਦਾ ਹੈ। ਪਰ ਭਾਈ ਭੀਵੇ ਦਾ ਇਹੋ ਜਿਹਾ ਵਿਹਾਰ ਹੈ ਬਈ ਹਰ ਵਕਤ ਮਨ ਕਰਕੇ ਗੁਰੂ ਨਾਲ ਜੁੜਿਆ ਹੋਇਆ ਹੈ। ਸੰਸਾਰਕ ਵਪਾਰ ਧੰਦਾ ਵੀ ਕਰਦਾ ਹੈ, ਵਿਚਰਨਾ ਵੀ ਪੈਂਦਾ ਹੈ, ਸਫ਼ਰ ਵੀ ਕਰਨਾ ਪੈਂਦਾ, ਪਰ ਮਨ ਕਰਕੇ ਹਰ ਸਮੇਂ ਗੁਰੂ ਸਾਹਿਬ ਜੀ ਦੇ ਉਸ ਨਾਮ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਨੂੰ ਅੰਗ ਸੰਗ ਮਹਿਸੂਸ ਕਰਦਾ ਹੈ। ਤੇ ਇੱਕ ਵਾਰ ਲਾਹੌਰ ਤੋਂ ਜਿਹੜਾ ਸ਼ਾਹੀ ਵਪਾਰੀ ਸੀ ਨਾ, ਜਿਹਦੀ ਰਸਦ ਸਿੱਧੀ ਦਿੱਲੀ ਦਰਬਾਰ ਤੱਕ ਜਾਂਦੀ ਸੀ, ਉਹਨੂੰ ਕੋਈ ਕੰਮ ਪੈ ਗਿਆ ਤੇ ਉਹ ਲਾਹੌਰ ਤੋਂ ਚੱਲ ਕੇ ਦਿੱਲੀ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਪੜਾਵ ਕੀਤਾ ਸਰਹੰਦ। ਜਦੋਂ ਸਰਹੰਦ ਪੜਾਵ ਕੀਤਾ, ਉੱਥੇ ਕੁਝ ਦਿਨ ਰੁਕਿਆ ਤੇ ਕੁਝ ਵਸਤੂਆਂ ਪਸੰਦ ਆਈਆਂ, ਬਾਜ਼ਾਰ ਵਿੱਚ ਘੁੰਮ ਕੇ ਖਰੀਦ ਲਈਆਂ ਕਿ ਬਾਦਸ਼ਾਹ ਕੋਲ ਜਾਣਾ ਹੈ ਤੇ ਉਹਨੂੰ ਇਹ ਭੇਟਾ ਦੇਵਾਂਗਾ। ਤੇ ਜਦੋਂ ਵਪਾਰੀ ਜਿਹੜਾ ਹੁੰਦਾ ਹੈ ਨਾ, ਉਹ ਕੁਝ ਨਾ ਕੁਝ ਰਕਮ ਰਸਦ ਆਪਣੇ ਨਾਲ ਵਾਧੂ ਤੌਰ ਤੇ ਲੈ ਕੇ ਚੱਲਦਾ ਵੀ ਜੇ ਕਿਤੇ ਮੈਨੂੰ ਲੋੜ ਪੈ ਗਈ, ਕਿਤੇ ਜ਼ਰੂਰਤ ਪੈ ਗਈ, ਕੋਈ ਵਸਤੂ ਮੈਨੂੰ ਪਸੰਦ ਆ ਗਈ, ਮੈਨੂੰ ਲੱਗਾ ਵੀ ਇੱਥੇ ਮੈਨੂੰ ਸਸਤੇ ਭਾਅ ਦੀ ਮਿਲਦੀ ਹੈ ਤੇ ਅੱਗੇ ਜਾ ਕੇ ਮਹਿੰਗੇ ਦੀ ਵਿਕ ਜਾਵੇਗੀ, ਤੇ ਉਹ ਖਰੀਦ ਲੈਂਦਾ ਹੈ। ਉਹ ਜਿਹੜਾ ਸ਼ਾਹੀ ਵਪਾਰੀ ਆਇਆ ਸੀ ਨਾਲ ਲਾਹੌਰ ਤੋਂ, ਉਹ ਆਪਣੇ ਨਾਲ ਆਪਣੀ ਲੋੜ ਤੋਂ ਵੱਧ ਧਨ ਲੈ ਕੇ ਤੁਰਿਆ ਸੀ। ਕੁਛ ਇੱਥੇ ਖਰਚ ਹੋ ਗਿਆ। ਹੁਣ ਮਨ ਵਿੱਚ ਸੋਚਦਾ ਹੈ ਕਿ ਦਿੱਲੀ ਜਾਣਾ ਹੈ, ਉੱਥੇ ਕਿੰਨਾ ਸਮਾਂ ਲੱਗੇ, ਬਾਦਸ਼ਾਹ ਕਦੋਂ ਮੈਨੂੰ ਵਾਪਸੀ ਦਾ ਹੁਕਮ ਕਰੇ ਪਤਾ ਨਹੀਂ। ਤੇ ਰਾਹ ਖੇੜਾ ਜੰਗਲ ਦਾ, ਰਸਤੇ ਵਿੱਚ ਕਈ ਵਾਰ ਇਹੋ ਜਿਹੇ ਵੀ ਡਾਕੂ ਧਾੜਵੀ ਚੋਰ ਮਿਲ ਜਾਂਦੇ ਨੇ, ਤੇ ਇਹ ਜਿਹੜੀ ਮੇਰੇ ਕੋਲੇ ਦੌਲਤ ਸੋਨੇ ਦੀਆਂ ਮੋਹਰਾਂ ਬਚ ਗਈਆਂ, ਇਹ ਮੈਂ ਨਾਲ ਕਿਵੇਂ ਲੈ ਕੇ ਜਾਵਾਂ। ਤੇ ਕਿਸੇ ਨੇ ਦੱਸ ਪਾ ਦਿੱਤੀ ਉਸ ਸ਼ਾਹੀ ਵਪਾਰੀ ਨੂੰ ਕਿ ਭਾਈ ਜੇ ਤੂੰ ਇਹ ਦੌਲਤ, ਇਹ ਸੋਨੇ ਦੀਆਂ ਮੋਹਰਾਂ ਨਾਲ ਨਹੀਂ ਲਿਜਾਣੀਆਂ ਚਾਹੁੰਦਾ ਨਾ, ਤੇ ਇਸ ਸਰਹੰਦ ਵਿੱਚ ਇੱਕੋ ਇੱਕ ਇਹੋ ਜਿਹਾ ਮਨੁੱਖ ਹੈ ਜਿਹਦੇ ਤੇ ਤੂੰ ਅੱਖਾਂ ਬੰਦ ਕਰਕੇ ਭਰੋਸਾ ਵਿਸ਼ਵਾਸ ਕਰ ਸਕਦਾ ਹੈ। ਪੁੱਛਿਆ ਕੌਣ ਹੈ, ਤੇ ਸਾਰਿਆਂ ਨੇ ਇੱਕੇ ਆਵਾਜ਼ ਵਿੱਚ ਭਾਈ ਭੀਵੇ ਦਾ ਨਾਮ ਲਿਆ
कि गुरु अर्जन देव जी का सिख है भाई भीवा, एडा ईमानदार ते एडा उस अल्लाह ताला दा रब दा भाव मनण वाला है कि किसी दी चाहे कख दी वस्तु होवे चाहे लख दी वस्तु होवे कदी अमानत विच खमानत नहीं करता। ईमानदारी का ये मूर्त है, वो व्यापार जरूर करता है पर वो इन्ना को अपना हिसाब किताब ला के चलता है कि जिन्ने नाल मेरा गुजारा हो सके उन्ना की अपना फायदा रखता है तो उहदे विचों भी गुरु प्रति दसवंध कढ़दा है। जे कोई भुलिया भटकिया भुखा राही भी आ जाए उहदी भी मदद करता है। जदों इन्नी गल सुनी तो उस शाही व्यापारी के मन में एक गल तो आ गई भी कोई बड़ी उच्च जीवन वाला ही होगा क्योंकि है सिख तो उहदी उस्तत शोभा सरहद के सारे मुसलमान इत्थों तक भी जिहड़े दरबार के दरबारी भी सन वो भी उस हामी भरते भी उहदे वर्गा ईमानदार इस पूरे सरहद विच कोई नहीं है। तो कहते दिन चढ़िया तो वो शाही व्यापारी भाई भीवे दे उस ग्रह विखे चले गया जिथे वह घर भी है तो उत्थे वह तोसा खाना जिथे माल खाना जिथों सारा माल लिया के रखता है फिर अगे भेजता है उस जगह पर चले गया। जाके देखा कि भाई भीवा बैठा होया है वही खाता अगे रखा कुछ लिखी जाता है। सलाम दुआ हुई पूछया किवें आना होया दस दिता कि मैं लाहौर तो आया हाँ तो दिल्ली जाना है आ कुछ सोने दियां मोहरां दी थैली है मेरी अमानत रख लो मैं वापस परतदा होया तुहाडे कोलों लै जावांगा। भाई भीवे ने हाथ नाल इशारा किया भी इत्थे तर दे। उन्हें उस व्यापारी ने एक घड़ा पिया होया सी मट उहदे विच रख के उत्ते चप्पण दे दिता ते भाई भीवे नूं आवाज़ मार के कहंदा जी मेरी अमानत इत्थे पई है ते भाई भीवा जी ने वेख्या नहीं मुड़ के कित्थे की रखिया कहण लगे जिथे रखी है उत्थे ही पई होवेगी आप ही रख जा ते आप ही आके चुक ली। चले गया उस शाही व्यापारी दिल्ली वाल नूं चले गया क्योंकि उस समयां विच रथां दे घोड़ियां ते सफ़र करना पैंदा सी जांदियां भी कोई 5-10 दिन लगे उत्थे भी कोई महीना 10 दिन ठहरिया होवेगा। वापस जदों परत्या तो उस समय मुताबक घट तो घट 1.5 तो 2 महीने का वक्त लंघ चुका सी। इधर भाई भीवा अपने उस हट ते उस गोदाम ते बैठा रहिंदा है कोई माल नवां आउंदा जिहड़े उत्थे कामे रखे ला लैंदे ते जिथे कोई भेजना हुंदा लदा के गड्डियां ते भेज दिंदा। व्यापार उस तरह चलता है तो हर वक्त सुरत जिहड़ी है ना जिवें गुरु अमरदास साहब जी ने कहना कि साहिब की सेवक रह सरनाई हर वक्त उस डाढे साहिब की शरण विच मन करके रहिंदा भाई भीवा गुरु अर्जन देव जी नूं हर समय अपने अंग संग अपने कोल महसूस करता है। दुनियावी धंधे भी करता है पर मन करके हमेशा हर वक्त श्वास श्वास उस निरंकार परमात्मा की मूर्त साहिब श्री गुरु अर्जन देव जी नूं अपने अंग संग महसूस करता है। हुण याद ही रहा भाई भीवे नूं बई वो जिहड़ा शाही व्यापारी लाहौर तो आया सी कोई अमानत रख गया तो किहड़े मट विच रख गया ये भी नहीं पता। कोई रसद आई तो पुराने समयां विच जिहड़ी कोई वस्तु खराब होने वाली जां सिल ना लग जाए वो होंदियां सी ना तो आपां पुराने घरां विच देखिया भी होवेगा कि पुराने घड़े वड्डे वड्डे मट्टां विच पा के उत्ते चप्पण दे दिंदे सी भी इहनूं सिल ना पहुंचे। कोई ऐसी अवस्था आई तो भाई भीवे ने बिना वेखे उन्हां मजदूरां नूं कहा भी आ मट पए सारे भर दो। उन्होंने भी बिना देखे वो मट भर दिते। समा लंघ गया
ਜਦੋਂ ਵਾਪਸੀ ਉਹ ਸ਼ਾਹੀ ਵਪਾਰੀ ਆਇਆ ਨਾ ਤੇ ਭਾਈ ਭੀਵੇ ਕੋਲੇ ਗਿਆ, ਕਹਿਣ ਲੱਗਾ ਜੀ ਮੈਂ ਆਪਣੀ ਅਮਾਨਤ ਤੁਹਾਡੇ ਕੋਲ ਰੱਖ ਕੇ ਗਿਆ ਸੀ, ਮੈਂ ਉਹ ਲੈਣ ਆਇਆ। ਭਾਈ ਭੀਵਾ ਜੀ ਕਹਿਣ ਲੱਗੇ ਕਿ ਮੈਨੂੰ ਤੇ ਕੁਝ ਯਾਦ ਨਹੀਂ, ਨਾ ਮੈਂ ਕੋਈ ਲਿਖਾ ਪੜ੍ਹੀ ਕੀਤੀ ਹੈ, ਤੁਸੀਂ ਜਿੱਥੇ ਰੱਖ ਕੇ ਗਏ ਹੋਏਗੇ ਉੱਥੋਂ ਵੇਖ ਲਓ, ਜੇ ਹੈਗੀ ਤੇ ਲੈ ਜਾਓ। ਉਸ ਸ਼ਾਹੀ ਵਪਾਰੀ ਨੇ ਹੁਣ ਵੇਖਿਆ ਵੀ ਜਦੋਂ ਰੱਖ ਕੇ ਗਿਆ ਸੀ ਮੱਟ ਖਾਲੀ ਸੀ, ਹੁਣ ਇਹ ਵੀ ਨਿਸ਼ਾਨੀ ਨਹੀਂ ਵੀ ਕਿਹੜਾ ਮੱਟ ਸੀ ਤੇ ਮੈਂ ਕਿਹਦੇ ਵਿੱਚ ਰੱਖ ਕੇ ਗਿਆ ਸੀ, ਹੁਣ ਸਾਰੇ ਰਸਦ ਨਾਲ ਭਰੇ ਪਏ ਨੇ। ਉਹ ਕਹਿਣ ਲੱਗਾ ਜੀ ਮੈਂ ਇੱਥੇ ਕੋ ਰੱਖ ਕੇ ਗਿਆ ਸੀ, ਮੇਰੀਆਂ ਸੋਨੇ ਦੀਆਂ ਮੋਹਰਾਂ ਦੀ ਥੈਲੀ, 500 ਸੋਨੇ ਦੀਆਂ ਮੋਹਰਾਂ ਮੇਰੀਆਂ। ਭਾਈ ਭੀਵਾ ਜੀ ਕਹਿਣ ਲੱਗੇ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਹਾਂ, ਮੇਰੇ ਚੇਤੇ ਵਿੱਚ ਨਹੀਂ ਹੈ, ਤੁਹਾਡੀ ਅਮਾਨਤ ਤੁਸੀਂ ਆਪ ਹੀ ਰੱਖੀ ਹੋਵੇਗੀ। ਕਹਿੰਦਾ ਜੀ ਹਾਂ, ਤੁਸੀਂ ਮੈਨੂੰ ਕਿਹਾ ਸੀ ਵੀ ਆਪੇ ਰੱਖ ਲਾ ਤੇ ਆਪੇ ਚੁੱਕ ਲਈ। ਭਾਈ ਭੀਵਾ ਜੀ ਕਹਿਣ ਲੱਗੇ ਹਾਂ ਮੈਂ ਉਹੀ ਤੇ ਕਹਿਣਾ ਹਾਂ ਕਿ ਮੈਂ ਆਪਣੇ ਹੱਥੀਂ ਰੱਖੀ ਹੁੰਦੀ ਤੇ ਮੈਨੂੰ ਯਾਦ ਵੀ ਰਹਿੰਦਾ, ਮੈਨੂੰ ਯਾਦ ਨਹੀਂ ਹੈ। ਤੁਸੀਂ ਜਿੱਥੇ ਰੱਖੀ ਹੈ ਉੱਥੋਂ ਵੇਖ ਕੇ ਲੈ ਲਓ, ਚੁੱਕ ਲਓ। ਹੁਣ ਜਿਹੜਾ ਸ਼ਾਹੀ ਵਪਾਰੀ ਹੈ ਨਾ, ਜੇ ਤੇ ਠਰਮੇ ਵਾਲਾ ਹੁੰਦਾ, ਟਿਕਾਓ ਵਾਲਾ ਹੁੰਦਾ, ਹੰਕਾਰ ਤੋਂ ਰਹਿਤ ਹੁੰਦਾ, ਤੇ ਕਹਿੰਦਾ ਜੀ ਕੋਈ ਗੱਲ ਨਹੀਂ, ਆਪਾਂ ਸਮਾਂ ਕੱਢ ਕੇ ਇਹ ਕੱਲਾ ਕੱਲਾ ਮੱਟ ਫੋਲ ਲੈਂਦੇ ਹਾਂ, ਵੀ ਇਹਨਾਂ ਵਿੱਚ ਹੀ ਕਿਤੇ ਨਾ ਕਿਤੇ ਹੋਵੇਗੀ ਨਾ ਤੇ ਮਨ ਨੂੰ ਟਿਕਾਓ ਹੈ, ਨਾ ਠਰਮਾ ਹੈ, ਤੇ ਹੰਕਾਰ ਇਸ ਜਗ੍ਹਾ ਦਾ ਵੀ ਮੈਂ ਤੇ ਸ਼ਾਹੀ ਵਪਾਰੀ ਹਾਂ। ਇਹ ਮਾਮੂਲੀ ਜਿਹਾ ਵਪਾਰੀ ਹੈ, ਮੇਰੀ ਤੇ ਲਾਹੌਰ ਵੀ ਪੂਰੀ ਚੱਲਦੀ ਹੈ ਤੇ ਦਿੱਲੀ ਦਰਬਾਰ ਤੱਕ ਮੇਰੀ ਬਾਦਸ਼ਾਹ ਤੱਕ ਪੂਰੀ ਪਹੁੰਚ ਹੈ। ਮੇਰੀਆਂ ਮੋਹਰਾਂ ਇਹ ਰੱਖ ਕੇ, ਮੇਰੀ ਅਮਾਨਤ ਨੂੰ ਰੱਖ ਕੇ ਬਚ ਨਹੀਂ ਸਕਦਾ, ਮੈਂ ਤੇ ਇਹਨੂੰ ਜਾਨ ਤੋਂ ਮਰਵਾ ਦੇਵਾਂਗਾ। ਇਸ ਗੱਲ ਦਾ ਹੰਕਾਰ ਹੈ। ਰੌਲਾ ਪਾਉਣ ਲੱਗ ਗਿਆ। ਭਾਈ ਭੀਵੇ ਨੇ ਹੱਥ ਜੋੜੇ ਕਿ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਹਾਂ ਕਿ ਤੁਹਾਡੀ ਅਮਾਨਤ ਵਿੱਚ ਖਮਾਨਤ ਮੈਂ ਨਹੀਂ ਕੀਤੀ, ਮੈਨੂੰ ਤੁਸੀਂ ਫੜਾਈ ਨਹੀਂ, ਤੁਸੀਂ ਜਿੱਥੇ ਆਪ ਰੱਖੀ ਉੱਥੇ ਵੇਖ ਲਓ, ਜੇ ਹੋਏਗੀ ਤੇ ਤੁਹਾਡੀ ਅਮਾਨਤ ਉੱਥੇ ਹੀ ਹੋਵੇਗੀ। ਪਰ ਉਹ ਗੱਲ ਹੀ ਨਹੀਂ ਸੁਣੀ। ਜਦੋਂ ਰੌਲਾ ਪੈ ਗਿਆ, ਲਾਗੇ ਬੰਨੇ ਬਾਜ਼ਾਰ ਦੇ ਬੰਦੇ ਵੀ ਇਕੱਠੇ ਹੋ ਗਏ, ਪੁੱਛਿਆ ਕਾਰਨ, ਦੱਸ ਦਿੱਤਾ। ਕਹਿੰਦਾ ਜੀ ਮੇਰੀ ਸੋਨੇ ਦੀਆਂ 500 ਮੋਹਰਾਂ ਦੀ ਥੈਲੀ ਇਹ ਬੰਦਾ ਖਾ ਕੇ ਮੁੱਕਰ ਗਿਆ, ਮੈਂ ਇਹਨੂੰ ਫੜਾ ਕੇ ਗਿਆ ਸੀ, ਅਮਾਨਤ ਰੱਖ ਕੇ ਗਿਆ ਸੀ ਆਪਣੀ, ਹੁਣ ਵਾਪਸ ਨਹੀਂ ਕਰਦਾ। ਜਦੋਂ ਇਹ ਗੱਲ ਸੁਣੀ ਨਾ ਤੇ ਬਾਜ਼ਾਰ ਦਾ ਕੋਈ ਵੀ ਬੰਦਾ, ਇੱਕ ਵੀ ਬੰਦਾ ਇਸ ਗੱਲ ਵਿੱਚ ਹਾਮੀ ਨਹੀਂ ਭਰਦਾ ਕਿ ਭਾਈ ਭੀਵਾ ਇਹ ਕੰਮ ਕਰ ਸਕਦਾ ਹੈ, ਕਿਉਂਕਿ ਸਿਆਣਿਆਂ ਦੀ ਕਹਾਵਤ ਹੈ ਕਿ ਜਿਹੜਾ ਵਿਸ਼ਵਾਸ ਤੇ ਇੱਜ਼ਤ, ਇਹਨੂੰ ਬਣਾਉਣ ਵਾਸਤੇ ਕਈ ਸਾਲ ਲੱਗ ਜਾਂਦੇ ਨੇ, ਕਈ ਸਾਲ ਲੱਗ ਜਾਂਦੇ ਨੇ। ਤੇ ਜੇ ਕੋਈ ਇਨਸਾਨ ਇਹੋ ਜਿਹਾ ਕੰਮ ਕਰ ਲਵੇ ਜਿਹੜਾ ਦੁਨੀਆ ਦੀ ਨਜ਼ਰ ਵਿੱਚ ਮਾੜਾ ਤੇ ਗਿਰਾਵਟ ਵਾਲਾ ਹੋਵੇ, ਤੇ ਉਹ ਸਾਲਾਂ ਦੀ ਮਿਹਨਤ ਨਾਲ ਬਣਾਈ ਹੋਈ ਇੱਜ਼ਤ ਸੁਆਹ ਹੋ ਜਾਂਦੀ, ਸੜ ਜਾਂਦੀ ਹੈ। ਗੁਰੂ ਸਾਹਿਬ ਜੀ ਦਾ ਪਾਵਨ ਸ਼ਬਦ ਹੈ। ਗੁਰੂ ਸਾਹਿਬ ਜੀ ਕਹਿੰਦੇ ਗੰਢੇਦਿਆਂ 6 ਮਾਹ, 6 ਮਾਹ ਤੋਂ ਭਾਵ 6 ਮਹੀਨੇ ਲੱਗ ਜਾਂਦੇ ਨੇ ਕਿਸੇ ਕੰਮ ਨੂੰ। ਗੰਢੇਦਿਆਂ 6 ਮਾਹ, ਤੁੜੇਂਦਿਆਂ 1 ਖਿਨੋ। ਤੇ ਜਦੋਂ ਉਸ ਇੱਜ਼ਤ ਨੂੰ, ਮਾਣ ਨੂੰ, ਪਤ ਪ੍ਰਤਿਸ਼ਠਾ ਨੂੰ ਗਵਾਉਣ ਦਾ ਕਾਰਨ ਬਣ ਜਾਂਦਾ ਹੈ ਨਾ, ਉਹ ਇੱਕ ਛਿਨ ਦੀ ਕੀਤੀ ਹੋਈ ਗਲਤੀ ਭਾਰੀ ਪੈ ਜਾਂਦੀ ਹੈ। ਪਰ ਭਾਈ ਖੀਵੇ ਨੇ ਇੰਨਾ ਕੋ ਵਿਸ਼ਵਾਸ, ਇੰਨੀ ਕੋ ਇੱਜ਼ਤ ਬਣਾਈ ਹੋਈ ਹੈ ਵੀ ਕੋਈ ਵੀ ਮੰਨ ਕੇ ਰਾਜੀ ਨਹੀਂ ਵੀ ਭਾਈ ਖੀਵਾ ਨਹੀਂ ਐਵੇਂ ਕਰ ਸਕਦਾ। ਕੋਈ ਹੋਰ ਹੋਵੇ, ਕਿਸੇ ਹੋਰ ਦੀ ਗੱਲ ਹੋਵੇ ਤੇ ਮੰਨਣ ਵਿੱਚ ਲਿਆ ਸਕਦੇ ਹਾਂ, ਮੰਨਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਭਾਈ ਖੀਵੇ ਦਾ ਤੇ ਅਸੀਂ ਅੱਖ ਮੀਟ ਕੇ ਗੱਲ ਕਰ ਸਕਦੇ ਹਾਂ ਵੀ ਕਿਸੇ ਦੀ 1 ਲੱਖ ਦੀ ਹੋਵੇ ਚਾਹੇ ਕੱਖ ਦੀ ਅਮਾਨਤ, ਇਹ ਉਹਦੇ ਵਿੱਚ ਖਮਾਨਤ ਨਹੀਂ ਕਰਦਾ, ਮੁਕਰਦਾ ਨਹੀਂ, ਕਦੀ ਝੂਠ ਨਹੀਂ ਬੋਲਦਾ ਹੈ। ਪਰ ਉਹ ਸ਼ਾਹੀ ਵਪਾਰੀ ਗੱਲ ਸੁਣ ਕੇ ਰਾਜੀ ਨਹੀਂ। ਸਾਰਿਆਂ ਨੇ ਸਮਝਾਇਆ ਪਰ ਸੁਣਦਾ ਹੀ ਨਹੀਂ। ਰੌਲਾ ਪਾਉਂਦਾ ਗੁੱਸੇ ਵਿੱਚ,
ਸਰਹੰਦ ਦੇ ਨਵਾਬ ਕੋਲੇ ਚਲੇ ਗਿਆ। ਸਾਰੀ ਵਾਰਤਾ ਸੁਣਾ ਦਿੱਤੀ। ਜਦੋਂ ਸਰਹੰਦ ਦੇ ਨਵਾਬ ਨੇ ਆਪਣੇ ਫੌਜਦਾਰ ਨੂੰ ਬੁਲਾ ਕੇ ਗੱਲ ਦੱਸੀ ਤੇ ਗੱਲ ਸੁਣਦੇ ਹੀ ਕਹਿਣ ਲੱਗਾ, ਜੀ ਮੇਰੀ ਬੇਨਤੀ ਹੈ, ਅਗਰ ਭਾਈ ਖੀਵੇ ਦੀ ਗੱਲ ਹੈ ਨਾ ਤੇ ਉਹਦੀ ਹਾਮੀ ਤੇ ਮੈਂ ਵੀ ਭਰ ਸਕਦਾ ਹਾਂ ਵੀ ਉਹ ਇਹ ਕੰਮ ਕਰ ਹੀ ਨਹੀਂ ਸਕਦਾ, ਕਰਨਾ ਤੇ ਬੜੀ ਦੂਰ ਦੀ ਗੱਲ, ਸੋਚ ਵੀ ਨਹੀਂ ਸਕਦਾ। ਹੁਣ ਸਰਹੰਦ ਦੇ ਨਵਾਬ ਦੇ ਮਨ ਵਿੱਚ ਆਇਆ ਵੀ ਇੱਕ ਵਾਰ ਬੁਲਾ ਕੇ ਤੇ ਵੇਖੀਏ ਵੀ ਇਹੋ ਜਿਹਾ ਕਿਹੜਾ ਵਪਾਰੀ ਹੈ ਜਿਹਦੀ ਹਾਮੀ ਸਾਰਾ ਸ਼ਹਿਰ ਭਰੀ ਜਾਂਦਾ ਹੈ। ਤੇ ਇੱਕ ਪਾਸੇ ਆ ਲਾਹੌਰ ਦਾ ਸ਼ਾਹੀ ਵਪਾਰੀ ਹੈ, ਦਿੱਲੀ ਦਰਬਾਰ ਤੋਂ ਹੋ ਕੇ ਆਇਆ ਹੈ, ਜੇ ਇਹਦੀ ਮਦਦ ਨਾ ਕੀਤੀ, ਇਹਦੀ ਗੱਲ ਨਾ ਸੁਣੀ, ਇਹਦੀ ਗੱਲ ਤੇ ਗੌਰ ਕਰਕੇ ਕੋਈ ਨਿਆਂ ਨਾ ਕੀਤਾ ਤੇ ਮੇਰੀ ਸ਼ਿਕਾਇਤ ਇਹਨੇ ਦਿੱਲੀ ਦਰਬਾਰ ਕਰ ਦੇਣੀ ਹੈ। ਇਹ ਵਿਚਾਰ ਕਰਕੇ ਨਵਾਬ ਨੇ ਫੌਜਦਾਰ ਨੂੰ ਕਿਹਾ ਵੀ ਜਾਓ, ਸਿਪਾਹੀਆਂ ਨੂੰ ਲੈ ਕੇ ਜਾਓ ਤੇ ਭਾਈ ਖੀਵੇ ਨੂੰ ਬੜੀ ਇੱਜ਼ਤ ਮਾਣ ਨਾਲ ਲੈ ਕੇ ਆਓ। ਗਏ। ਜਦੋਂ ਜਾ ਕੇ ਇਹ ਗੱਲ ਦੱਸੀ ਤੇ ਭਾਈ ਖੀਵੇ ਦੇ ਨਾਲ ਵਪਾਰ, ਉਸ ਬਾਜ਼ਾਰ ਦੇ ਜਿੰਨੇ ਵਪਾਰੀ ਸੀ ਨਾ ਸਾਰੇ ਖੜੇ। ਭਾਈ ਖੀਵੇ ਨੇ ਕਿਸੇ ਨੂੰ ਕਿਹਾ ਵੀ ਨਹੀਂ, ਸਗੋਂ ਭਾਈ ਖੀਵਾ ਹੱਥ ਜੋੜ ਕੇ ਕਹਿੰਦਾ ਵੀ ਤੁਸੀਂ ਆਪੋ ਆਪਣਾ ਕੰਮ ਧੰਦਾ ਵੇਖੋ, ਮੈਂ ਚੱਲਿਆ ਹਾਂ ਦਰਬਾਰ ਵਿੱਚ, ਸੂਬੇਦਾਰ ਨੇ ਮੈਨੂੰ ਬੁਲਾਇਆ ਹੈ, ਮੈਂ ਸੱਚਾ ਹਾਂ, ਮੇਰਾ ਗੁਰੂ ਜਾਣਦਾ ਹੈ, ਮੇਰਾ ਮਨ ਜਾਣਦਾ ਮੈਂ ਸੱਚਾ ਹਾਂ, ਮੈਨੂੰ ਡਰ ਨਹੀਂ, ਤੁਸੀਂ ਆਪਣਾ ਕੰਮ ਧੰਦਾ ਵੇਖੋ। ਕਹਿਣ ਲੱਗੇ ਨਹੀਂ, ਅਸੀਂ ਤੁਹਾਡੇ ਨਾਲ ਚੱਲਾਂਗੇ। ਹੁਣ ਸੂਬੇਦਾਰ ਨੇ ਤੇ ਬੁਲਾਇਆ ਸੀ ਭਾਈ ਖੀਵੇ ਇਕੱਲੇ ਨੂੰ, ਜਦੋਂ ਨਜ਼ਰ ਮਾਰੀ ਵੀ ਨਾਲ 100-150 ਬੰਦਾ ਹੋਰ ਆ ਗਿਆ ਸ਼ਹਿਰ ਦਾ, ਕਈ ਮੋਹਤਬਾਰ ਬੰਦੇ ਆ ਕੇ ਸੂਬੇਦਾਰ ਨੂੰ ਬਿਨਾਂ ਪੁੱਛਿਆ ਕੋਈ ਗੱਲ ਸਾਰੇ ਰੌਲਾ ਪਾਉਣ ਲੱਗ ਗਏ ਵੀ ਭਾਈ ਖੀਵੇ ਨੂੰ ਤੁਸੀਂ ਬੁਲਾਇਆ ਹੀ ਕਿਉਂ ਕਚਹਿਰੀ ਵਿੱਚ? ਐਡਾ ਇਮਾਨਦਾਰ, ਐਡਾ ਆਪਣੇ ਧਰਮ ਦਾ ਪਰਪੱਕ ਬੰਦਾ ਪੂਰੇ ਇਲਾਕੇ, ਪੂਰੇ ਸ਼ਹਿਰ ਵਿੱਚ ਨਹੀਂ ਹੈਗਾ, ਤੇ ਤੁਸੀਂ ਇਸ ਫੌਜਦਾਰ ਦੀ ਗੱਲ ਸੁਣ ਕੇ, ਜਿਹਦਾ ਆਪਾਂ ਨੂੰ ਪਤਾ ਹੀ ਨਹੀਂ ਵੀ ਕਾਰ ਵਿਹਾਰ ਇਹਦਾ ਕਿਹੋ ਜਿਹਾ ਹੈ, ਇਹਦਾ ਸੁਭਾਅ ਕਿਹੋ ਜਿਹਾ ਹੈ, ਇਹਦਾ ਕੰਮ ਕਰਨ ਦਾ ਤਰੀਕਾ ਕਿਵੇਂ ਦਾ, ਉਹਦੀ ਗੱਲ ਤੇ ਵਿਸ਼ਵਾਸ ਕਰਕੇ ਬੁਲਾ ਲਿਆ। ਸੂਬੇਦਾਰ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਮੈਂ ਕੋਈ ਸਜ਼ਾ ਦੇਣ ਲਈ ਥੋੜ੍ਹਾ ਬੁਲਾਇਆ, ਆਪਾਂ ਤੇ ਗੱਲ ਹੀ ਕਰਨੀ ਹੈ, ਦੋਨਾਂ ਪਾਸਿਆਂ ਦੀ ਗੱਲ ਸੁਣ ਕੇ ਜੋ ਨਿਰਣਾ ਹੋਵੇਗਾ ਉਹ ਕੀਤਾ ਜਾਵੇਗਾ, ਨਿਆਂ ਦੀ ਗੱਲ ਕਰਾਂਗੇ, ਕੋਈ ਅਨਿਆਂ ਨਹੀਂ ਹੋਣ ਦੇਣਾ। ਭਾਈ ਖੀਵਾ ਵੀ ਕਹਿੰਦਾ ਜੀ ਮੈਂ ਵੀ ਚਾਹੁੰਦਾ ਹਾਂ ਬਈ ਇਹ ਜਿਹੜਾ ਫੌਜਦਾਰ ਲਾਹੌਰ ਤੋਂ ਆਇਆ ਹੈ, ਇਹ ਕਹਿੰਦਾ ਹੈ ਮੈਂ ਆਪਣੀ 500 ਮੋਹਰਾਂ ਦੀ ਥੈਲੀ ਤੈਨੂੰ ਤੁਹਾਡੇ ਕੋਲ ਰੱਖ ਕੇ ਗਿਆ ਹਾਂ, ਪਰ ਮੈਨੂੰ ਯਾਦ ਨਹੀਂ। ਇਹ ਗੱਲ ਇਹ ਵੀ ਕਹਿੰਦਾ ਹੈ ਵੀ ਤੁਸੀਂ ਮੈਨੂੰ ਕਿਹਾ ਸੀ ਵੀ ਆਪੇ ਰੱਖ ਜਾ ਤੇ ਆਪੇ ਆ ਕੇ ਚੁੱਕ ਲਈ। ਹੁਣ ਇਹਨੇ ਆਪ ਹੀ ਕਿਤੇ ਰੱਖੀ ਹੈ ਜਾਂ ਤੇ ਕਿਤੇ ਰੱਖ ਕੇ ਭੁੱਲ ਗਿਆ, ਇਹਨੂੰ ਯਾਦ ਨਹੀਂ ਹੈ, ਮੈਂ ਦੇਖਿਆ ਹੀ ਨਹੀਂ ਸੀ ਕਿੱਥੇ ਰੱਖੀ ਹੈ ਕੀ ਨਹੀਂ, ਮੈਨੂੰ ਪਤਾ ਹੀ ਕੁਝ ਨਹੀਂ, ਮੈਂ ਸੱਚਾ। ਉਧਰ ਫੌਜਦਾਰ ਰੌਲਾ ਪਾਉਂਦਾ ਹੈ, ਵਪਾਰੀ ਜਿਹੜਾ ਸ਼ਾਹੀ ਵਪਾਰੀ ਸੀ ਉਹ ਰੌਲਾ ਪਾਉਂਦਾ ਹੈ, ਨਹੀਂ ਜੀ ਮੈਂ ਇਸ ਗੱਲ ਦਾ ਮੈਂ ਕਸਮ ਖਾਨਾ ਅੱਲਾਹ ਤਾਲਾ ਦੀ, ਮੈਂ 500 ਮੋਹਰਾਂ ਦੀ ਥੈਲੀ ਆਪਣੀ ਅਮਾਨਤ ਰੱਖ ਕੇ ਗਿਆ ਸੀ ਇਹਦੇ ਕੋਲ। ਸੂਬੇਦਾਰ ਨੇ ਕਿਹਾ ਵੀ ਤੂੰ ਇੱਕ ਤੇ ਸ਼ਾਹੀ ਵਪਾਰੀ ਹੈ ਤੇ ਦੂਸਰਾ ਤੂੰ ਸਾਡੇ ਇਲਾਕੇ ਦਾ ਮਹਿਮਾਨ ਹੈ, ਤੂੰ ਚੱਲ ਕੇ ਦੂਜੇ ਇਲਾਕੇ ਚੋਂ ਆਇਆ ਹੈ, ਤੇਰੀ ਗੱਲ ਸੁਣਨੀ, ਤੇਰੇ ਮਾਲ ਦੀ, ਤੇਰੀ ਜਾਨ ਦੀ ਰੱਖਿਆ ਕਰਨੀ ਇਹ ਸਾਡਾ ਧਰਮ ਹੈ, ਤੇ ਦੂਸਰਾ ਤੂੰ ਇਲਜ਼ਾਮ ਉਸ ਬੰਦੇ ਤੇ ਲਾਈ ਜਾਂਦਾ ਹੈ ਜਿਸ ਬੰਦੇ ਦੀ ਇਮਾਨਦਾਰੀ ਦੀ ਹਾਮੀ ਸਾਰਾ ਸ਼ਹਿਰ ਭਰੀ ਜਾਂਦਾ। ਬੜੀ ਔਖੀ ਗੱਲ ਹੈ, ਹੁਣ ਕਰੀਏ ਤੇ ਕੀ ਕਰੀਏ? ਜਿਹੜਾ ਸ਼ਾਹੀ ਵਪਾਰੀ ਹੈ ਉਹ ਕਹਿਣ ਲੱਗਾ ਜੀ ਦੇਖੋ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ, ਇਹਦੇ ਵਿੱਚ ਰੰਜਕ ਮਾਤਰ ਵੀ ਝੂਠ ਨਹੀਂ, ਤੁਸੀਂ ਨਿਆਂ ਕਰੋਗੇ ਤੇ ਨਿਆਂ ਇਹੋ ਬਣਦਾ ਹੈ ਕਿ 500 ਮੋਹਰਾਂ ਸੋਨੇ ਦੀਆਂ ਮੈਨੂੰ ਮੇਰੀਆਂ ਮਿਲ ਜਾਣ, ਮੈਂ ਚਲਾ ਜਾਵਾਂ।
ਨਹੀਂ ਤੇ ਮੈਂ ਇੱਥੋਂ ਫਿਰ ਵਾਪਸ ਦਿੱਲੀ ਦਰਬਾਰ ਜਾਵਾਂਗਾ। ਗੱਲ 500 ਮੋਹਰਾਂ ਦੀ ਨਹੀਂ ਹੈ, ਗੱਲ ਇਹ ਹੈ ਵੀ ਜੇ ਤੁਸੀਂ ਨਿਆਂ ਨਹੀਂ ਕਰਦੇ, ਮੈਨੂੰ 500 ਮੋਹਰਾਂ ਨਹੀਂ ਦਿਵਾਉਂਦੇ, ਤੇ ਫਿਰ ਸਿੱਧੀ ਜੀ ਗੱਲ ਹੈ ਕਿ ਮੈਂ ਝੂਠਾ ਹਾਂ। ਇਹ ਕਲੰਕ ਲੈ ਕੇ ਮੈਂ ਆਪਣੇ ਸ਼ਹਿਰ ਨਹੀਂ ਜਾਵਾਂਗਾ, ਮੈਂ ਦਿੱਲੀ ਜਾਵਾਂਗਾ। ਫਿਰ ਬੇਸ਼ੱਕ 500 ਦੀ ਬਜਾਏ ਮੇਰੀਆਂ ਹਜ਼ਾਰਾਂ ਮੋਹਰਾਂ ਖਰਚ ਹੋ ਜਾਣ, ਮੈਂ ਨਿਆਂ ਕਰਾ ਕੇ ਰਵਾਂਗਾ। ਜਿਹੜੀ ਗੱਲ ਦਾ ਡਰ ਸੀ ਨਾ ਸੂਬੇਦਾਰ ਸਰਹੰਦ ਨੂੰ, ਉਹੀ ਗੱਲ ਇਸ ਵਪਾਰੀ ਨੇ ਕਹਿਤੀ ਕਿ ਮੈਂ ਦਿੱਲੀ ਜਾਵਾਂਗਾ। ਸੂਬੇਦਾਰ ਨੇ ਕਿਹਾ ਵੀ ਇਸ ਤਰ੍ਹਾਂ ਹੈ ਵੀ ਸਾਰਾ ਇਲਾਕਾ ਉਹਦੀ ਇਮਾਨਦਾਰੀ ਦੀ ਹਾਮੀ ਭਰਦਾ ਹੈ। ਭਾਈ ਕੀ ਭੀਵਾ ਕਹਿੰਦਾ ਹੈ ਮੇਰੇ ਕੋਲ ਮੋਹਰਾਂ ਨਹੀਂ, ਤੂੰ ਕਹਿੰਦਾ ਮੈਂ ਮੋਹਰਾਂ ਰੱਖ ਕੇ ਗਿਆ ਸੀ ਤੇ ਹੁਣ ਨਬੇੜਾ ਆਪਾਂ ਇੱਥੇ ਕਰ ਲੈਂਦੇ ਹਾਂ, ਤੈਨੂੰ ਤੇਰੀਆਂ ਮੋਹਰਾਂ ਚਾਹੀਦੀਆਂ ਹਨ, ਤੈਨੂੰ ਅਸੀਂ ਖਜ਼ਾਨੇ ਵਿੱਚੋਂ ਦੇ ਦਿੰਦੇ, ਤੂੰ ਆਪਣੀਆਂ 500 ਮੋਹਰਾਂ ਲੈ ਤੇ ਤੂੰ ਲਾਹੌਰ ਚਲੇ ਜਾ। ਭਾਈ ਭੀਵਾ ਜਾਣੇ ਮੈਂ ਜਾਣਾ। ਕਹਿਣ ਲੱਗਾ ਜੀ ਨਹੀਂ, ਐਵੇਂ ਨਹੀਂ ਹੋਵੇਗਾ। ਹੁਣ ਜਾਂ ਤੇ ਮੈਂ ਝੂਠਾ ਹਾਂ ਜਾਂ ਭਾਈ ਭੀਵਾ ਝੂਠਾ, ਇੱਕ ਝੂਠਾ ਹੈ, ਉਹਦਾ ਨਿਆਂ ਤੁਸੀਂ ਕਰਨਾ, ਕਿਵੇਂ ਕਰਨਾ ਹੈ ਤੁਸੀਂ ਸੋਚੋ। ਇਹ ਗੱਲ ਸੁਣ ਕੇ ਨਾ ਤੇ ਸੂਬੇਦਾਰ ਨੇ ਕਿਹਾ ਵੀ ਹੁਣ ਤੁਸੀਂ ਦੋਨੋਂ ਆਪਸ ਵਿੱਚ ਫੈਸਲਾ ਕਰ ਲਓ ਵੀ ਹੁਣ ਨਿਆਂ ਕਿਵੇਂ ਹੋ ਸਕਦਾ ਹੈ। ਜੋ ਮੇਰੀ ਸਮਝ ਵਿੱਚ ਆਉਂਦਾ ਸੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਤੂੰ ਕਹਿੰਦਾ ਮੇਰੀਆਂ ਮੋਹਰਾਂ ਸੀ ਤੇ ਮੈਂ ਤੈਨੂੰ ਕਿਹਾ ਭਾਈ ਤੂੰ ਆਪਣੀਆਂ ਮੋਹਰਾਂ ਮੇਰੇ ਕੋਲੋਂ ਲੈ ਜਾ, ਭੁੱਲ ਜਾ ਤੂੰ ਭਾਈ ਭੀਵੇ ਨੂੰ। ਕਹਿਣ ਲੱਗਾ ਨਹੀਂ, ਇਹ ਨਹੀਂ ਹੋ ਸਕਦਾ। ਤੇ ਸੂਬੇਦਾਰ ਕਹਿਣ ਲੱਗਾ ਫਿਰ ਤੁਸੀਂ ਦੱਸੋ ਹੁਣ ਫੈਸਲਾ ਕਿਵੇਂ ਹੋਵੇਗਾ। ਇਹ ਸਾਰੀ ਗੱਲ ਭਾਈ ਭੀਵਾ ਜੀ ਆਰਾਮ ਨਾਲ ਸੁਣੀ ਗਏ। ਜਦੋਂ ਗੱਲ ਇੱਥੇ ਆ ਗਈ ਨਾ ਕਿ ਉਸ ਸ਼ਾਹੀ ਵਪਾਰੀ ਨੇ ਕਹਿ ਦਿੱਤਾ ਵੀ ਤੁਸੀਂ ਸਾਰੇ ਕਹੀ ਜਾਂਦੇ ਹੋ, ਅੱਜ ਜਿੰਨੇ ਵੀ ਇਹਦੇ ਸੰਗੀ ਸਾਥੀ ਹਨ ਵੀ ਇਹ ਗੁਰੂ ਦਾ ਸਿੱਖ ਹੈ, ਤੇ ਮੈਂ ਕਹਿੰਦਾ ਵੀ ਜੇ ਸਿੱਖ ਝੂਠਾ ਤੇ ਫਿਰ ਗੁਰੂ ਵੀ ਇਹੋ ਜਿਹਾ ਹੀ ਹੋਵੇਗਾ। ਜਿਹੋ ਜਿਹਾ ਗੁਰੂ ਹੋਏਗਾ ਉਹੋ ਜਿਹਾ ਸਿੱਖ ਹੋਏਗਾ ਨਾ, ਝੂਠ ਬੋਲੀ ਜਾਂਦਾ। ਜਦੋਂ ਭਾਈ ਭੀਵੇ ਨੇ ਗੱਲ ਸੁਣੀ ਨਾ ਕਿ ਮੇਰੇ ਗੁਰੂ ਨੂੰ ਉਲਾਮਾ ਦਿੰਦਾ, ਤੇ ਭਾਈ ਭੀਵਾ ਜੀ ਰੋਹ ਵਿੱਚ ਆ ਗਏ, ਗੁੱਸੇ ਵਿੱਚ ਆ ਕੇ ਕਹਿਣ ਲੱਗੇ ਸੂਬੇਦਾਰ ਨੂੰ ਕਿ ਸੂਬੇਦਾਰ ਸਾਹਿਬ ਜੇ ਇਹ ਨਹੀਂ ਨਾ ਮੰਨਦਾ ਤੇ ਫਿਰ ਮੇਰੀ ਇੱਕ ਬੇਨਤੀ ਹੈ, ਤੇਲ ਦਾ ਕੜਾਹਾ ਗਰਮ ਕੀਤਾ ਜਾਵੇ ਤੇ ਮੈਂ ਵੀ ਉਹਦੇ ਵਿੱਚ ਆਪਣੇ ਬਾਂਹ ਪਾਵਾਂਗਾ, ਹੱਥ ਪਾਵਾਂਗਾ, ਤੇ ਇਹ ਵੀ ਪਾਵੇ। ਜਿਹੜਾ ਝੂਠਾ ਹੋਏਗਾ ਉਹਦਾ ਸੜ ਜਾਏਗਾ ਤੇ ਜਿਹੜਾ ਸੱਚਾ ਹੋਏਗਾ ਉਹਦਾ ਗੁਰੂ ਦੀ ਰਾਖੀ ਕਰੇਗਾ। ਇਸ ਤੋਂ ਪਹਿਲਾਂ ਸੂਬੇਦਾਰ ਬੋਲਦਾ ਨਾ ਤੇ ਉਹ ਜਿਹੜਾ ਸ਼ਾਹੀ ਵਪਾਰੀ ਸੀ ਨਾ ਕਹਿਣ ਲੱਗਾ ਜੀ ਹਾਂ ਬਿਲਕੁਲ ਠੀਕ ਹੈ, ਤੇਲ ਦਾ ਕੜਾਹਾ ਤੱਤਾ ਕੀਤਾ ਜਾਵੇ। ਹੁਣ ਜਦੋਂ ਦੋਨਾਂ ਦੀ ਇੱਕ ਰਾਏ ਹੋ ਗਈ ਨਾ ਤੇ ਸੂਬੇਦਾਰ ਨੇ ਨਾ ਚਾਹੁੰਦਿਆਂ ਵੀ ਆਗਿਆ ਕੀਤੀ। ਤੇਲ ਦਾ ਕੜਾਹਾ ਤਪਣਾ ਸ਼ੁਰੂ ਹੋ ਗਿਆ। ਜਦੋਂ ਤੇਲ ਉਬਾਲੇ ਖਾਣ ਲੱਗਿਆ ਨਾ ਤੇ ਸੂਬੇਦਾਰ ਸਰਹੰਦ ਨੇ ਕਿਹਾ ਵੀ ਹੁਣ ਤੁਸੀਂ ਆਪਸ ਵਿੱਚ ਵਿਚਾਰ ਕਰ ਲਓ ਵੀ ਤੁਹਾਡੇ ਵਿੱਚੋਂ ਝੂਠਾ ਕਿਹੜਾ ਤੇ ਸੱਚਾ ਕਿਹੜਾ ਹੈ। ਪਹਿਲਾਂ ਆਪਣਾ ਹੱਥ ਤੇਲ ਦੀ ਕੜਾਹੀ ਵਿੱਚ ਪਾਉਣਾ ਕਿਵੇਂ ਹੈ। ਸੂਬੇਦਾਰ ਨੇ ਤੇ ਇੰਨੀ ਗੱਲ ਕਹੀ ਨਾ ਤੇ ਭਾਈ ਭੀਵੇ ਨੇ ਗੁਰੂ ਅਰਜਨ ਦੇਵ ਜੀ ਦੀਆਂ ਚਰਨਾਂ ਦਾ ਧਿਆਨ ਧਰਿਆ। ਇਹ ਗਰੀਬ ਨਵਾਜ ਮੈਨੂੰ ਸਾਰਾ ਸਰੀਰ ਸੜ ਜਾਵੇ, ਮੇਰੇ ਸਰੀਰ ਦਾ ਬੰਦ ਸੜ ਜਾਵੇ, ਮੈਨੂੰ ਕੋਈ ਵੀ ਦੁੱਖ ਨਹੀਂ, ਪਰ ਤੁਹਾਡੇ ਵੱਲ ਕੋਈ ਉਂਗਲ ਕਰ ਜਾਵੇ ਮੈਂ ਸਹਿਣ ਨਹੀਂ ਕਰ ਸਕਦਾ। ਤੁਸੀਂ ਆਪਣੇ